ਹੈਲੋ ਫਰੈਂਡਸ, ਵੈਲਕਮ ਟੂ ਅਵਰ ਚੈਨਲ। ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ। ਸ਼੍ਰੀ ਗੁਰੂ ਨਾਨਕ ਦੇਵ ਜੀ ਕੌਣ ਸਨ ਜੀ? ਸਿੱਖ ਧਰਮ ਦੇ ਜੋ ਪਹਿਲੇ ਗੁਰੂ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ। ਬਿਨਾਂ ਸਮਾਂ ਬਰਬਾਦ ਕਰੇ ਆਪਾਂ ਅੱਜ ਦੀ ਜਿਹੜੀ ਵੀਡੀਓ ਹੈਗੀ ਆ ਉਹ ਸਟਾਰਟ ਕਰਨ ਜਾ ਰਹੇ ਹਾਂ। ਟੌਪਿਕ ਕਰਦੇ ਹਾਂ ਸਟਾਰਟ। ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਜੀ ਪਹਿਲੇ ਗੁਰੂ ਸਨ। ਉਹਨਾਂ ਨੇ ਹੀ ਸਿੱਖ ਧਰਮ ਦੀ ਨੀਂਹ ਰੱਖੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਜਿਹੜੀ ਕਿ ਨੀਂਹ ਰੱਖੀ। ਉਹਨਾਂ ਦਾ ਜਨਮ ਅਜਿਹੇ ਸਮੇਂ ਵਿੱਚ ਹੋਇਆ ਜਦੋਂ ਭਾਰਤ ਵਿੱਚ ਸਾਰੇ ਪਾਸੇ ਬਹੁਤ ਬੁਰੀ ਹਾਲਤ ਸੀ। ਅਜਿਹੇ ਸਮੇਂ ਦੇ ਵਿੱਚ ਗੁਰੂ ਸਾਹਿਬ ਦਾ ਜਨਮ ਹੋਇਆ ਜਦੋਂ ਭਾਰਤ ਵਿੱਚ ਸਾਰੇ ਹੀ ਪਾਸੇ ਬਹੁਤ ਬੁਰੀ ਹਾਲਤ ਸੀ। ਲੋਕਾਂ ਦਾ ਜੀਵਨ ਬਹੁਤ ਤਰਸਯੋਗ ਬਣ ਚੁੱਕਾ ਸੀਗਾ ਲੋਕਾਂ ਦਾ ਜੀਵਨ ਬਣ ਚੁੱਕਾ ਸੀ। ਮੁਗਲਾਂ ਦੇ ਹਮਲਿਆਂ ਕਾਰਨ ਆਮ ਜਨਤਾ ਦੁਖੀ ਸੀ। ਮੁਗਲਾਂ ਦੇ ਹਮਲਿਆਂ ਕਾਰਨ ਜਿਹੜੀ ਆਮ ਲੋਕ ਸੀ ਉਹ ਬਹੁਤ ਦੁਖੀ ਸਨ। ਇਸ ਲਈ ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਭਾਈ ਗੁਰਦਾਸ ਜੀ ਲਿਖਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਠੀਕ ਹੈ ਜੀ। ਇੱਕ ਗੁਰੂ ਭਾਈ ਗੁਰਦਾਸ ਜੀ ਲਿਖਦੇ ਨੇ ਇਹ। ਅੱਗੇ ਜੇ ਆਪਾਂ ਪੜ੍ਹੀਏ, ਡਾਕਟਰ AC ਬੈਨਰਜੀ ਦਾ ਕਥਨ ਹੈ ਕਿ ਪ੍ਰਾਚੀਨ ਦੇਸ਼ ਦੇ ਇਤਿਹਾਸ ਵਿੱਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਮਹਾਨ ਸਫਲਤਾ ਦੇ ਬਰਾਬਰ ਦੀ ਹੋਰ ਕੋਈ ਮਿਸਾਲ ਹੈ ਜਿਹੜੀ ਉਹ ਮਿਲਣੀ ਔਖੀ ਆ। ਉਹਨਾਂ ਨੂੰ ਕੇਵਲ ਪੰਜਾਬ ਦਾ ਸਭ ਤੋਂ ਮਹਾਨ ਸਪੁੱਤਰ ਕਹਿਣਾ ਕਾਫੀ ਨਹੀਂ। ਜੇ ਆਪਾਂ ਕਹੀਏ ਕਿ ਉਹ ਪੰਜਾਬ ਦੇ ਹੀ ਸਭ ਤੋਂ ਮਹਾਨ ਸਪੁੱਤਰ ਆ, ਉਹ ਕਾਫੀ ਨਹੀਂ ਹੋਵੇਗਾ। ਉਹਨਾਂ ਦੀ ਗਿਣਤੀ ਭਾਰਤ ਦੇ ਸਭ ਤੋਂ ਮਹਾਨ ਸਪੂਤਾਂ ਵਿੱਚ ਕੀਤੀ ਜਾਣੀ ਚਾਹੀਦੀ ਹੈ। ਉਹ ਸੰਸਾਰ ਦੇ ਅੰਤਿਮ ਮਹਾਨ ਧਰਮ ਦੇ ਮੋਢੀ ਸਨ। The story of Guru Nanak's life and achievements has no parallel in the annal of this ancient land. It is not enough to call him greatest of the sons of the Punjab. He must be counted among the greatest of the son of India. He was a founder of the last of great religion of the world. ਜਨਮ ਅਤੇ ਮਾਤਾ ਪਿਤਾ ਗੁਰੂ ਨਾਨਕ ਦੇਵ ਜੀ ਦਾ ਜਨਮ ਤਲਵੰਡੀ ਸਾਹਿਬ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ 15 ਅਪ੍ਰੈਲ 1469 ਈਸਵੀ ਨੂੰ ਹੋਇਆ। ਇੱਕ ਕੁਐਸਚਨ ਬਣ ਸਕਦਾ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ, ਕਿੱਥੇ ਹੋਇਆ ਸੀ? ਤਲਵੰਡੀ ਸਾਹਿਬ ਹੋਇਆ ਸੀਗਾ ਜੀ, 15 ਅਪ੍ਰੈਲ 1469 ਈਸਵੀ ਨੂੰ ਹੋਇਆ। ਪਿਤਾ ਦਾ ਨਾਮ ਸੀਗਾ ਮਹਿਤਾ ਕਾਲੂ ਅਤੇ ਮਾਤਾ ਦਾ ਤ੍ਰਿਪਤਾ ਦੇਵੀ ਸੀ। ਸਿੱਖ ਧਰਮ ਵਿੱਚ ਪ੍ਰਚਲਿਤ ਸਾਖੀਆਂ ਅਨੁਸਾਰ ਗੁਰੂ ਜੀ ਦਾ ਜਨਮ ਆ ਜਿਹੜਾ ਰਾਤ ਦੇ 1 ਵਜੇ ਹੋਇਆ। ਉਸ ਸਮੇਂ ਚੰਦਰਮਾ ਪੂਰੇ ਜ਼ੋਰ ਨਾਲ ਚਮਕ ਰਿਹਾ ਸੀ। ਸਮੁੱਚਾ ਵਾਤਾਵਰਨ ਸੰਗੀਤ ਨਾਲ ਗੂੰਜ ਉੱਠਿਆ। ਬੱਚੇ ਦੇ ਚਿਹਰੇ 'ਤੇ ਅਜਿਹੀ ਚਮਕ ਸੀ ਜਿਸ ਨੂੰ ਵੇਖ ਕੇ ਦਾਈ ਹੈਰਾਨ ਰਹਿ ਗਈ। ਇੱਕ ਅਜਿਹੀ ਚਮਕ ਸੀ, ਗਲੋ ਸੀ, ਜਿਸ ਨੂੰ ਜਿਹੜੀ ਦਾਈ ਹੁੰਦੀ ਹੈ ਜਨਮ ਦਿਵਾਉਣ ਵਾਲੀ, ਹੈ ਨਾ, ਉਹ ਵੀ ਹੈਰਾਨ ਰਹਿ ਗਈ। ਕਹਿੰਦੇ ਸੀ ਕਿ 33 ਕਰੋੜ ਦੇਵ ਦੇਵਤਿਆਂ ਦਾ ਇਸ ਬੱਚੇ ਦਾ ਸਵਾਗਤ ਕੀਤਾ ਹੈ। 33 ਕਰੋੜ ਦੇਵੀ ਦੇਵਤਿਆਂ ਨੇ ਇਸ ਬੱਚੇ ਦਾ ਜਿਹੜਾ ਕਿ ਸਵਾਗਤ ਕੀਤਾ। ਕੱਲ ਪੁਰੋਹਿਤ ਪੰਡਤ ਹਰਦਿਆਲ ਨੇ ਗੁਰੂ ਜੀ ਦੇ ਬਾਰੇ ਇਹ ਭਵਿੱਖਬਾਣੀ ਕੀਤੀ ਕਿ ਇਹਨਾਂ ਦਾ ਨਾਂ ਧਰਤੀ ਤੋਂ ਆਕਾਸ਼ ਵਿੱਚ ਗੂੰਜੇਗਾ ਅਤੇ ਹਿੰਦੂ ਅਤੇ ਮੁਸਲਮਾਨ ਦੋ ਹੀ ਉਹਨਾਂ ਦੀ ਪੂਜਾ ਕਰਨਗੇ, ਦੋਵੇਂ ਹੀ, ਹਿੰਦੂ ਵੀ ਮੁਸਲਮਾਨ ਵੀ। ਬਚਪਨ ਅਤੇ ਸਿੱਖਿਆ ਕੀ ਸੀ ਉਹ ਪੜ੍ਹਦੇ ਹਾਂ। ਚਾਈਲਡਹੁੱਡ ਐਂਡ ਐਜੂਕੇਸ਼ਨ। ਗੁਰੂ ਜੀ ਦੇ ਬਚਪਨ ਵਿੱਚ ਤਲਵੰਡੀ ਸਾਹਿਬ ਦੇ ਸਾਰੇ ਲੋਕਾਂ ਦਾ ਆਕਰਸ਼ਣ ਦਾ ਕੇਂਦਰ ਬਣ ਗਏ। ਗੁਰੂ ਜੀ ਦਾ ਬਚਪਨ ਵਿੱਚ ਤਲਵੰਡੀ ਸਾਹਿਬ ਦੇ ਸਾਰੇ ਲੋਕਾਂ ਦੇ ਜਿਹੜੇ ਆਕਰਸ਼ਣ ਦਾ ਕੇਂਦਰ ਬਣ ਗਏ। ਉਹਨਾਂ ਨੇ ਆਪਣੇ ਧਾਰਮਿਕ ਵਿਚਾਰਾਂ ਅਤੇ ਕੰਮਾਂ ਨਾਲ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਉਹ ਤੇਜ਼ ਬੁੱਧੀ ਦੇ ਮਾਲਕ ਸਨ। ਉਹਨਾਂ ਨੂੰ 5 ਸਾਲ ਦੀ ਉਮਰ ਵਿੱਚ ਪੜ੍ਹਨ ਪਾਇਆ ਗਿਆ। ਉਹਨਾਂ ਨੇ 3 ਸਾਲ ਤੱਕ ਗੋਪਾਲ ਦਾਸ ਤੋਂ ਭਾਸ਼ਾ, ਹਿਸਾਬ ਅਤੇ ਦੂਜਿਆਂ ਵਿਸ਼ਿਆਂ ਦਾ ਜਿਹੜਾ ਗਿਆਨ ਆ ਪ੍ਰਾਪਤ ਕੀਤਾ। ਗੋਪਾਲ ਦਾਸ ਨੇ ਗੁਰੂ ਨਾਨਕ ਦੇਵ ਜੀ ਦੀ ਬੁੱਧੀ ਨੂੰ ਦੇਖ ਕੇ ਮਹਿਤਾ ਕਾਲੂ ਨੂੰ ਕਿਹਾ ਕਿ ਗੁਰੂ ਜੀ ਨੂੰ ਕਿਸੇ ਮਹਾਨ ਵਿਦਵਾਨ ਕੋਲੋਂ ਸੰਸਕ੍ਰਿਤ ਅਤੇ ਦੂਜੇ ਹਿੰਦੂ ਗ੍ਰੰਥਾਂ ਦਾ ਅਧਿਐਨ ਕਰਨ ਲਈ ਭੇਜੇ। ਉਸ ਸਮੇਂ ਕੀ ਹੋਇਆ, ਪੰਡਤ ਨਾਲ ਤਲਵੰਡੀ ਸਾਹਿਬ ਰਹਿੰਦੇ ਸਨ ਗੁਰੂ ਜੀ, ਅਤੇ ਉਹਨਾਂ ਨੂੰ ਆਪਣੇ ਅਧਿਆਤਮਿਕ ਅਤੇ ਸੰਸਕ੍ਰਿਤ ਸੰਬੰਧੀ ਗਿਆਨ ਦੇ ਲਈ ਪ੍ਰਸਿੱਧੀ ਪ੍ਰਾਪਤ ਸੀ। ਗੁਰੂ ਜੀ ਨੂੰ ਉਹਨਾਂ ਕੋਲ ਭੇਜ ਦਿੱਤਾ ਗਿਆ। ਅਧਿਆਪਕ ਅਤੇ ਚੇਲੇ ਵਿੱਚ ਧਾਰਮਿਕ ਵਿਸ਼ਿਆਂ 'ਤੇ ਵਾਧੂ ਵਿਵਾਦ ਹੁੰਦਾ। ਇੱਕ ਦਿਨ ਗੁਰੂ ਜੀ ਨੇ ਅਧਿਆਪਕ ਨੂੰ ਪੁੱਛਿਆ
ਕਿ ਉਹਨਾਂ ਦਾ ਨਾਮ ਬਿਜਨਾਥ ਕਿਉਂ ਹੈ। 2 ਸਾਲ ਬਾਅਦ ਬ੍ਰਿਜਨਾਥ ਨੇ ਮਹਿਤਾ ਕਾਲੂ ਨੂੰ ਕਿਹਾ ਕਿ ਗੁਰੂ ਨਾਨਕ ਨੇ ਉਹਨਾਂ ਕੋਲੋਂ ਸਭ ਕੁਝ ਸਿੱਖ ਲਿਆ ਹੈ। ਉਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ 10 ਸਾਲ ਦੀ ਹੋ ਚੁੱਕੀ ਸੀ। ਇਸ ਮਗਰੋਂ ਉਹਨਾਂ ਨੂੰ ਮੁੱਲਾ ਕੁਤਬਦੀਨ ਕੋਲ ਅਰਬੀ ਤੇ ਫਾਰਸੀ ਦੀ ਪੜ੍ਹਾਈ ਲਈ ਭੇਜਿਆ ਗਿਆ। 2 ਸਾਲ ਵਿੱਚ ਉਹਨਾਂ ਨੇ ਇਹਨਾਂ ਭਾਸ਼ਾਵਾਂ ਵਿੱਚ ਮੁਹਾਰਤ ਆ ਜਿਹੜੀ ਕਿ ਉਹ ਹਾਸਲ ਕਰ ਲਈ। ਜਨੇਊ ਦੀ ਰਸਮ, ਸੈਰਮਨੀ ਆਫ ਸਕੇਅਰਡ ਥ੍ਰੈਡ। ਹੁਣ ਗੁਰੂ ਜੀ ਨੂੰ ਜਨੇਊ ਪਹਿਨਣ ਦਾ ਨਿਸ਼ਚਾ ਕੀਤਾ ਗਿਆ। ਇਸ ਦੇ ਲਈ ਐਤਵਾਰ ਦਾ ਦਿਨ ਜਿਹੜਾ ਨਿਸ਼ਚਿਤ ਕਰ ਲਿਆ ਗਿਆ। ਸਾਰੇ ਰਿਸ਼ਤੇਦਾਰ ਨੇ ਜਿਹੜੇ ਕਿ ਇਕੱਠੇ ਹੋਏ। ਮੰਤਰ ਪੜ੍ਹਨ ਮਗਰੋਂ ਪੰਡਿਤ ਜੀ ਨੇ ਗੁਰੂ ਜੀ ਨੂੰ ਆਪਣੇ ਸਾਹਮਣੇ ਬੈਠਣ ਲਈ ਕਿਹਾ। ਇਸ ਮਗਰੋਂ ਪੰਡਿਤ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਪ੍ਰਮਾਤਮਾ ਦੀ ਮੂਰਤੀ ਅੱਗੇ ਮੱਥਾ ਟੇਕਣ। ਗੁਰੂ ਜੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦੇ ਕੁਲ ਪੁਰੋਹਿਤ ਪੰਡਿਤ ਹਰਦਿਆਲ ਨੇ ਉਹਨਾਂ ਨੂੰ ਜਨੇਊ ਪਹਿਨਣ ਲਈ ਯਤਨ ਕੀਤਾ। ਉਹਨਾਂ ਨੇ ਗੁਰੂ ਜੀ ਨੂੰ ਕਿਹਾ ਕਿ ਇਸ ਨੂੰ ਧਾਰਨ ਕਰਕੇ ਹੀ ਅਕਤੀ ਪਵਿੱਤਰ ਹੁੰਦਾ ਹੈ। ਇਸ ਲਈ ਗੁਰੂ ਜੀ ਨੇ ਪੰਡਿਤ ਨੂੰ ਕਿਹਾ ਕਿ ਦਇਆ ਕਪਾ ਸੰਤੋਖ ਸੁਤ ਜਤ ਗੰਢੀ ਸਤਵਟ ਇਹ ਜਨੇਊ ਜੀ ਕਾ ਹਾਈ ਤਾਂ ਆਪੇ ਘਤ ਨਾ ਇਹ ਟੂਟੇ ਨਾ ਮੂਲ ਲੱਗੈ ਨਾ ਇਹ ਜਲੇ ਨਾ ਜਾਏ ਤਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਭਾਵ ਮੈਨੂੰ ਆਪਣੇ ਸਰੀਰ ਲਈ ਨਹੀਂ ਸਗੋਂ ਆਤਮਾ ਲਈ ਇੱਕ ਸਥਾਈ ਜਨੇਊ ਚਾਹੀਦਾ। ਮੈਨੂੰ ਅਜਿਹਾ ਜਨੇਊ ਚਾਹੀਦਾ ਹੈ ਜੋ ਸੂਤ ਦੇ ਧਾਗਿਆਂ ਨਾਲ ਨਹੀਂ ਸਗੋਂ ਸਤਗੁਣਾਂ ਦੇ ਧਾਗਿਆਂ ਨਾਲ ਬਣਿਆ ਹੋਵੇ ਅਤੇ ਉਸ ਵਿੱਚ ਸੱਚ ਦੀ ਗੰਢਾਂ ਬਣੀਆਂ ਹੋਣ। ਅਜਿਹਾ ਜਨੇਊ ਨਾ ਟੁੱਟਦਾ ਹੈ ਨਾ ਇਸ ਨੂੰ ਮੈਲ ਲੱਗਦੀ ਹੈ ਨਾ ਹੀ ਇਹ ਜੁੜਦਾ ਹੈ ਪੰਡਿਤ ਜੇਕਰ ਤੇਰੇ ਕੋਲ ਅਜਿਹਾ ਜਨੇਊ ਹੈ ਤਾਂ ਮੈਨੂੰ ਪਾ। ਸੋ ਇਹ ਸਭ ਕੁਝ ਸੁਣ ਕੇ ਪੰਡਿਤ ਹੈਰਾਨ ਹੋ ਗਿਆ। ਉਸਨੇ ਗੁਰੂ ਜੀ ਦੀ ਅਧਿਆਤਮਿਕ ਸ੍ਰੇਸ਼ਟਤਾ ਪ੍ਰਵਾਨ ਕਰ ਲਈ। ਠੀਕ ਹੈ ਜੀ। ਉਹ ਸੁਣ ਕੇ ਸਾਰਾ ਕੁਛ ਜੋ ਪੰਡਿਤ ਹੈ ਉਹ ਹੈਰਾਨ ਹੋ ਗਿਆ। ਇਸ ਤਰ੍ਹਾਂ ਗੁਰੂ ਜੀ ਦੇ ਬਚਪਨ ਵਿੱਚ ਮੂਰਤੀ ਪੂਜਾ ਤੇ ਫੋਕੇ ਰੀਤੀ ਰਿਵਾਜਾਂ ਦਾ ਜਿਹੜਾ ਉਹ ਖੰਡਨ ਕੀਤਾ। ਵੈਰੀਸ ਆਕੂਪੇਸ਼ਨ ਵੱਖ-ਵੱਖ ਕਿੱਤੇ ਕੰਮ ਹਨਾ। ਮਹਿਤਾ ਕਾਲੂ ਦਾ ਚਰਵਾਹਾ ਨੌਕਰੀ ਛੱਡ ਕੇ ਚਲਾ ਗਿਆ। ਗੁਰੂ ਜੀ ਨੇ ਆਪਣੇ ਆਪ ਮੱਝਾਂ ਚਰਾਉਣ ਲਈ ਜਿੱਦ ਕੀਤੀ। ਜਿੰਦ ਨਹੀਂ ਹੈਗਾ ਜੀ ਇੱਥੇ, ਜਿੱਦਾ ਉੱਤੇ ਅਧਿਕਾ। ਸੋ ਉਹਨਾਂ ਨੇ ਪਿਤਾ ਜੀ ਨੂੰ ਕਿਹਾ ਕਿ ਜੇਕਰ ਕ੍ਰਿਸ਼ਨ ਜੀ ਗਊਆਂ ਚਰਾ ਸਕਦੇ ਸਨ ਤਾਂ ਮੈਂ ਕਿਉਂ ਨਹੀਂ ਚਰਾ ਸਕਦਾ। ਮਹਿਤਾ ਕਾਲੂ ਨੂੰ ਉਹਨਾਂ ਦੀ ਗੱਲ ਮੰਨਣੀ ਪਈ। ਗੁਰੂ ਜੀ ਮੱਝਾਂ ਚਰਾਉਣ ਚਲੇ ਗਏ। ਕੁਝ ਦੂਰ ਜਾ ਕੇ ਉਹਨਾਂ ਨੇ ਆਪਣੇ ਪਸ਼ੂ ਚਰਨ ਲਈ ਛੱਡ ਦਿੱਤੇ। ਆਪ ਪ੍ਰਮਾਤਮਾ ਦੀ ਭਗਤੀ ਵਿੱਚ ਲੀਨ ਹੋ ਗਏ। ਪਸ਼ੂਆਂ ਦੇ ਨਾਲ ਲੱਗਦੇ ਕਈ ਖੇਤ ਉਜਾੜ ਦਿੱਤੇ। ਖੇਤਾਂ ਦੇ ਮਾਲਕ ਨੇ ਗੁਰੂ ਜੀ ਦੇ ਪਿਤਾ ਨੂੰ ਸ਼ਿਕਾਇਤ ਕੀਤੀ। ਉਹਨਾਂ ਨੇ ਗਲਤੀ ਮੰਨੀ ਤੇ ਰਾਏ ਬੁਲਾਰ ਦੇ ਕਹਿਣ ਤੇ ਹਰਜਾਨਾ ਦੇਣਾ ਵੀ ਪ੍ਰਵਾਨ ਕਰ ਲਿਆ। ਪਰੰਤੂ ਗੁਰੂ ਜੀ ਨੇ ਕਿਹਾ ਕਿ ਕਿਸਾਨ ਦੇ ਖੇਤਾਂ ਨੂੰ ਕੋਈ ਹਾਨੀ ਨਹੀਂ ਪਹੁੰਚੀ ਹੈ। ਜੇਕਰ ਯਕੀਨ ਨਹੀਂ ਆਉਂਦਾ ਤਾਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਜਦੋਂ ਮਹਿਤਾ ਕਾਲੂ ਤੇ ਰਾਏ ਬੁਲਾਰ ਨੇ ਜਾ ਕੇ ਖੇਤ ਵੇਖੇ ਤਾਂ ਉਹ ਹੈਰਾਨ ਰਹਿ ਗਏ ਕਿ ਉਹ ਪਹਿਲਾਂ ਤੋਂ ਵੱਧ ਲਹਿਲਾ ਰਹੇ ਸਨ। ਖੇਤਾਂ ਦੇ ਮਾਲਕ ਬਹੁਤ ਸ਼ਰਮਿੰਦਾ ਹੋਏ। ਮਹਿਤਾ ਕਾਲੂ ਨੇ ਗੁਰੂ ਜੀ ਨੂੰ ਵਪਾਰੀ ਬਣਾਉਣ ਦਾ ਜਿਹੜਾ ਨਿਰਣਾ ਲਿਆ। ਉਹਨਾਂ ਨੇ 20 ਰੁਪਏ ਦੇ ਵਪਾਰ ਕਰਨ ਲਈ ਭੇਜ ਦਿੱਤਾ। ਠੀਕ ਹੈ ਜੀ। ਗੁਰੂ ਜੀ ਇੱਕ ਵਿਅਕਤੀ ਦੇ ਨਾਲ ਚੂਹੜਖਾਨਾ ਮੰਡੀ ਵੱਲ ਤੁਰ ਪਏ। ਸੋ ਰਾਹ ਵਿੱਚ ਉਹਨਾਂ ਨੂੰ ਕੁਝ ਅਜਿਹੇ ਸਾਧੂ ਮਿਲੇ ਜਿਨ੍ਹਾਂ ਨੇ 3 ਦਿਨ ਤੋਂ ਕੁਝ ਨਹੀਂ ਸੀ ਖਾਧਾ। ਸੋ 20 ਰੁਪਏ ਦਾ ਜਿਹੜਾ ਭੋਜਨ ਸੀ ਸਾਧੂਆਂ ਨੂੰ ਛਕਾ ਦਿੱਤਾ। ਘਰ ਪਹੁੰਚਣ 'ਤੇ ਮਹਿਤਾ ਕਾਲੂ ਨੇ ਉਹਨਾਂ ਨੂੰ ਝਾੜ ਪਾਈ। ਉਸ ਸਮੇਂ ਰਾਏ ਬੁਲਾਰ ਉੱਥੇ ਪਹੁੰਚ ਗਿਆ। ਉਹਨਾਂ ਨੇ ਮਹਿਤਾ ਕਾਲੂ ਨੂੰ 23 ਰੁਪਏ ਦਿੱਤੇ ਅਤੇ ਕਿਹਾ ਨਾਨਕ ਨੇ ਕੁਝ ਨਾ ਕਹੇ। ਸਿੱਖ ਇਤਿਹਾਸ ਵਿੱਚ ਇਹ ਘਟਨਾ ਸੱਚਾ ਸੌਦਾ ਦੇ ਨਾਂ ਨਾਲ ਪ੍ਰਸਿੱਧ ਹੋਈ। ਸੋ ਇਸ ਮਗਰੋਂ ਗੁਰੂ ਜੀ ਨੂੰ
ਖੇਤੀ ਦੇ ਕੰਮ ਵਿੱਚ ਲਗਾਉਣ ਦਾ ਯਤਨ ਕੀਤਾ, ਪਰੰਤੂ ਗੁਰੂ ਨਾਨਕ ਦੇਵ ਜੀ ਭਗਤੀ ਵਿੱਚ ਲੀਨ ਰਹੇ। ਸੋ ਅੱਗੇ ਆਪਾਂ ਦੇਖਦੇ ਹਾਂ ਜੀ ਵਿਆਹ ਦੇ ਬਾਰੇ। 14 ਸਾਲ ਦੀ ਉਮਰ ਵਿੱਚ ਨਾਨਕ ਜੀ ਦੀ ਮੰਗਣੀ ਬਟਾਲਾ ਦੇ ਮਲਰਾਜ ਦੀ ਧੀ ਸੁਲੱਖਣੀ ਨਾਲ ਕਰ ਦਿੱਤੀ ਗਈ। ਅਗਲੇ ਸਾਲ ਉਹਨਾਂ ਦਾ ਜੀਵਨ ਵਿੱਚ ਵੀ ਆਪਣੇ ਅਧਿਆਤਮਕ ਮਾਰਗ 'ਤੇ ਚੱਲਦੇ ਰਹੇ। ਸੁਲਤਾਨਪੁਰ ਵਿੱਚ ਨੌਕਰੀ ਗੁਰੂ ਜੀ ਨੂੰ ਉਹਨਾਂ ਦੇ ਜੀਜੇ ਨੇ ਜੀ ਜੈ ਰਾਮ ਕੋਲ ਸੁਲਤਾਨਪੁਰ ਲੋਧੀ ਭੇਜ ਦਿੱਤਾ ਗਿਆ। ਉਹਨਾਂ ਨੇ ਗੁਰੂ ਜੀ ਨੂੰ ਨਵਾਬ ਦੌਲਤ ਖਾਨ ਲੋਧੀ ਦੇ ਮੋਦੀਖਾਨੇ ਵਿੱਚ ਨੌਕਰੀ 'ਤੇ ਲਵਾ ਦਿੱਤਾ। ਸੋ ਦੌਲਤ ਮੋਦੀਖਾਨੇ ਵਿੱਚ ਨੌਕਰੀ 'ਤੇ ਲਵਾ ਦਿੱਤਾ। ਪ੍ਰੋਫੈਸਰ ਤੇਜਾ ਸਿੰਘ ਅਤੇ ਡਾਕਟਰ ਗੰਡਾ ਜੀ ਅਨੁਸਾਰ ਮੋਦੀਖਾਨੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਫਰਜ਼ਾਂ ਨੂੰ ਬਹੁਤ ਸੰਯੋਗਤਾ ਨਾਲ ਨਿਭਾਇਆ ਅਤੇ ਉਸ ਗਲਤ ਵਿਚਾਰ ਨੂੰ ਇਹਨਾਂ ਦੇ ਮਾਪਿਆਂ ਨੇ ਇਹਨਾਂ ਦੇ ਪਹਿਲੇ ਰਵਾਇਤਾਂ ਤੋਂ ਹੀ ਅਪਣਾ ਲਿਆ ਸੀ ਨੂੰ ਦੂਰ ਕਰ ਦਿੱਤਾ। ਗੁਰੂ ਜੀ ਦਿਲ ਖੋਲ੍ਹ ਕੇ ਨਾਜ ਸੰਤਾਂ ਸਾਧੂਆਂ ਤੋਂ ਗਰੀਬਾਂ ਨੂੰ ਵੰਡਣ ਲੱਗ ਪਏ ਅਤੇ ਇਸ ਦੀ ਸ਼ਿਕਾਇਤ ਨਵਾਬ ਦੇ ਕੋਲ ਪਹੁੰਚੀ। ਜਦੋਂ ਹਿਸਾਬ ਕਿਤਾਬ ਚੈੱਕ ਕੀਤਾ ਗਿਆ ਤਾਂ ਉਹ ਬਿਲਕੁਲ ਠੀਕ ਨਿਕਲਿਆ। ਗਿਆਨ ਪ੍ਰਾਪਤੀ। ਅਗਲੇ ਦਿਨ ਗੁਰੂ ਜੀ ਕਾਲੀ ਬਈ 'ਤੇ ਇਸ਼ਨਾਨ ਕਰਨ ਗਏ। ਉਹਨਾਂ ਨਾਲ ਇੱਕ ਨੌਕਰ ਵੀ ਸੀ। ਗੁਰੂ ਜੀ ਨੇ ਬਈ ਵਿੱਚ ਗੋਤਾ ਲਾਇਆ ਅਤੇ ਅਲੋਪ ਹੋ ਗਏ। ਨੌਕਰ ਨੇ 1 ਘੰਟੇ ਤੱਕ ਇੰਤਜ਼ਾਰ ਕੀਤਾ, ਸੋ ਕੁਝ ਨਾ ਪਤਾ ਲੱਗਿਆ। ਜਦੋਂ ਦੂਜੇ ਦਿਨ ਗੁਰੂ ਨਾਨਕ ਜੀ ਮੋਦੀਖਾਨੇ ਵੱਲ ਗਏ ਤਾਂ ਦੌਲਤ ਖਾਂ ਨੇ ਇਹ ਸਮਝਿਆ ਕਿ ਗੁਰੂ ਜੀ ਆਪਣੇ ਵਿਰੁੱਧ ਕੀਤੀ ਕਾਰਵਾਈ ਤੋਂ ਨਾਰਾਜ਼ ਹਨ। ਉਹ ਆਪ ਗੁਰੂ ਜੀ ਦੇ ਘਰ ਗਿਆ। ਉੱਧਰੋਂ ਨੌਕਰ ਵੀ ਰੋਂਦਾ ਪਿੱਟਦਾ ਘਰ ਪਹੁੰਚਿਆ। ਨਵਾਬ ਨੇ ਗੋਤਾਖੋਰਾਂ ਨੂੰ ਨਾਨਕ ਜੀ ਨੂੰ ਲੱਭਣ ਲਈ ਲਗਾਇਆ, ਪਰੰਤੂ ਉਹ ਇਸ ਕੰਮ ਵਿੱਚ ਸਫਲ ਨਾ ਹੋਏ। ਸਾਰਿਆਂ ਨੇ ਸਮਝਿਆ ਕਿ ਗੁਰੂ ਜੀ ਹੁਣ ਇਸ ਸੰਸਾਰ ਵਿੱਚ ਨਹੀਂ ਰਹੇ। ਸਾਰੇ ਰੋਂਦੇ ਪਿੱਟਦੇ ਸੋ ਵਾਪਸ ਆ ਗਏ। ਤੀਜੇ ਦਿਨ ਗੁਰੂ ਜੀ ਬੇਈ ਤੋਂ ਬਾਹਰ ਨਿਕਲੇ। ਕਿਹਾ ਜਾਂਦਾ ਕਿ ਉਸ ਸਮੇਂ ਉਹਨਾਂ ਦੇ ਪਰਮਾਤਮਾ ਦੇ ਦਰਸ਼ਨ ਕੀਤੇ। ਅਜਿਹਾ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਸਮੇਂ ਪਰਮਾਤਮਾ ਨੇ ਗੁਰੂ ਜੀ ਨੂੰ ਮੂਲ ਮੰਤਰ ਦਿੱਤਾ। ਇਹ ਮੂਲ ਮੰਤਰ ਇਸ ਤਰ੍ਹਾਂ ਹੈ: ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਉਸ ਦਾ ਨਾਂ ਸੱਚਾ ਹੈ। ਉਹ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ। ਉਹ ਜਨਮ ਮਰਨ ਦੇ ਕਾਲ ਚੱਕਰ ਤੋਂ ਮੁਕਤ ਹੈ। ਕੇਵਲ ਗੁਰੂ ਕਿਰਪਾ ਨਾਲ ਹੀ ਉਸ ਨੂੰ ਪਰਮਾਤਮਾ ਪ੍ਰਾਪਤ ਉਹ ਕੀਤਾ ਜਾ ਸਕਦਾ। ਜਦੋਂ ਬੇਈ ਚੋਂ ਨਿਕਲ ਕੇ ਗੁਰੂ ਜੀ ਸੁਲਤਾਨਪੁਰ ਪਹੁੰਚੇ ਤਾਂ ਉਹਨਾਂ ਕੋਲ ਕਿਸੇ ਨਾਲ ਕੋਈ ਗੱਲ ਨਾ ਕੀਤੀ ਅਤੇ ਬਿਲਕੁਲ ਸ਼ਾਂਤ ਰਹੇ। ਉਹਨਾਂ ਨੂੰ ਬੋਲਣ ਲਈ ਜਦੋਂ ਬਹੁਤ ਮਜਬੂਰ ਕੀਤਾ ਗਿਆ ਤਾਂ ਉਹਨਾਂ ਨੇ ਕੇਵਲ ਇਹ ਸ਼ਬਦ ਕਹੇ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਭਾਵ ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਆਪਣੇ ਆਪਣੇ ਰਾਹ ਤੋਂ ਭਟਕ ਗਏ ਨੇ, ਪਰੰਤੂ ਕੁਝ ਵਿਦਵਾਨ ਇਸ ਦਾ ਇਹ ਅਰਥ ਲੈਂਦੇ ਹਨ ਕਿ ਹਿੰਦੂ ਅਤੇ ਮੁਸਲਮਾਨ ਵਿੱਚ ਕੋਈ ਅੰਤਰ ਨਹੀਂ ਹੈ। ਇਸ ਮਗਰੋਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਧਰਮ ਪ੍ਰਚਾਰ ਦਾ ਆਰੰਭ ਕੀਤਾ। ਗ੍ਰਹਿ ਤਿਆਗ। ਗੁਰੂ ਜੀ ਦੇ ਕਹਿਣ ਦਾ ਸੀ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਦੋਹਾਂ ਜਾਤੀਆਂ ਨੇ ਬੁਰਾ ਮਨਾਇਆ। ਠੀਕ ਹੈ ਜੀ। ਉਹਨਾਂ ਨੇ ਗੁਰੂ ਨੂੰ ਪਾਗਲ ਕਿਹਾ। ਕੁਝ ਮੁਸਲਮਾਨਾਂ ਨੇ ਗੁਰੂ ਜੀ ਨੂੰ ਫੜ ਲਿਆ। ਉਹ ਉਹਨਾਂ ਨੂੰ ਮਸੀਤ ਵਿੱਚ ਲੈ ਗਏ। ਗੁਰੂ ਜੀ ਨੂੰ ਕਿਹਾ ਕਿ ਜੇਕਰ ਦੋਵਾਂ ਧਰਮਾਂ ਇੱਕ ਹਨ ਤਾਂ ਨਮਾਜ਼ ਪੜ੍ਹਨ। ਗੁਰੂ ਜੀ ਮੰਨ ਗਏ। ਜਦੋਂ ਸਾਰੇ ਨਮਾਜ਼ ਪੜ੍ਹਨ ਲੱਗ ਪਏ ਤਾਂ ਚੁੱਪਚਾਪ ਖੜ੍ਹੇ ਰਹੇ। ਨਮਾਜ਼ ਪੜ੍ਹਨ ਮਗਰੋਂ ਗੁਰੂ ਜੀ ਨੂੰ ਨਮਾਜ਼ ਪੜ੍ਹਨ ਨਾ ਪੜ੍ਹਨ ਦਾ ਕਾਰਨ ਪੁੱਛਿਆ। ਗੁਰੂ ਜੀ ਨੇ ਕਿਹਾ ਕਿ ਸੱਚੀ ਸ਼ਰਧਾ ਤੋਂ ਬਿਨਾਂ ਕਿਸੇ ਕਿਸਮ ਦੀ ਪ੍ਰਭੂ ਭਗਤੀ ਦਾ ਕੋਈ ਲਾਭ ਨਹੀਂ। ਅਜਿਹੀ ਭਗਤੀ ਹੈ ਜਿਹੜੀ ਉਹ ਫਜ਼ੂਲ ਹੈ, ਜਿਸ ਵਿੱਚ ਮਨ ਸੰਸਾਰਿਕ ਵਿਸ਼ਿਆਂ ਵਿੱਚ ਉਲਝਿਆ ਰਹੇ। ਉਹਨਾਂ ਨੇ ਕਿਹਾ ਕਿ ਨਮਾਜ਼ ਪੜ੍ਹਦੇ ਸਮੇਂ ਨਵਾਬ ਕਾਬੁਲ ਤੋਂ ਘੋੜੇ ਖਰੀਦਣ ਦੀ ਯੋਜਨਾ ਬਣਾ ਰਿਹਾ ਸੀ। ਕਾਜ਼ੀ ਦਾ ਮਨ ਆਪਣੇ ਨਵੇਂ ਵੰਡੇ
ਵਿੱਚ ਉਲਝਿਆ ਰਿਹਾ। ਜੇਕਰ ਗੁਰੂ ਜੀ ਇਹ ਸ਼ਬਦ ਸੁਣ ਕੇ ਨਵਾਬ ਕਾਜੀ ਬਹੁਤ ਸ਼ਰਮਿੰਦਾ ਹੋਏ। ਇਸ ਘਟਨਾ ਤੋਂ ਕੁਝ ਦਿਨ ਮਗਰੋਂ ਗੁਰੂ ਜੀ ਨੇ ਘਰ-ਬਾਰ ਤਿਆਗ ਦਿੱਤਾ, ਧਰਮ ਪ੍ਰਚਾਰ ਲਈ ਨਿਕਲ ਪਏ। ਉਦਾਸੀਆਂ ਆਪਣੇ ਜੀਵਨ ਦੇ ਅਗਲੇ 2 ਸਾਲਾਂ ਵਿੱਚ ਗੁਰੂ ਜੀ ਨੇ ਆਪਣੇ ਉਪਦੇਸ਼ਾਂ ਦਾ ਪ੍ਰਚਾਰ ਕਰਨ ਲਈ ਅਨੇਕਾਂ ਥਾਵਾਂ 'ਤੇ ਯਾਤਰਾਵਾਂ ਕੀਤੀਆਂ। ਇਹਨਾਂ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਇਹ ਲੰਕਾ, ਤਿੱਬਤ, ਮੱਕਾ, ਕਾਮਰੂਪ ਅਤੇ ਭਾਰਤ ਦੇ ਕਈ ਸ਼ਹਿਰ ਵਿੱਚ ਗਏ। ਆਪਣੀਆਂ ਉਦਾਸੀਆਂ ਦੌਰਾਨ ਉਹਨਾਂ ਨੇ ਲੋਕਾਂ ਨੂੰ ਅੰਧ ਵਿਸ਼ਵਾਸ ਅਤੇ ਵਿਅਰਥ ਦੇ ਰੀਤੀ ਰਿਵਾਜ਼ਾਂ ਨੂੰ ਛੱਡਣ ਲਈ ਪ੍ਰੇਰਿਤ ਕੀਤਾ। ਇੱਥੇ ਅਸੀਂ ਹਰਿਦੁਆਰ ਦੀ ਘਟਨਾ ਦੀ ਉਦਾਹਰਨ ਦੇ ਸਕਦੇ ਹਾਂ। ਜਦੋਂ ਉਹ ਹਰਿਦੁਆਰ ਪਹੁੰਚੇ ਤਾਂ ਉਹਨਾਂ ਨੇ ਵੇਖਿਆ ਕਿ ਲੋਕ ਸੂਰਜ ਵੱਲ ਮੂੰਹ ਕਰਕੇ ਪਾਣੀ ਸੁੱਟ ਰਹੇ ਸਨ। ਅਜਿਹਾ ਉਹ ਇਸ ਲਈ ਕਰ ਰਹੇ ਸਨ ਕਿ ਉਹਨਾਂ ਦੇ ਵੱਡੇ ਵਡੇਰਿਆਂ ਤੱਕ ਪਾਣੀ ਪਹੁੰਚ ਸਕੇ। ਗੁਰੂ ਜੀ ਨੇ ਅੰਧ ਵਿਸ਼ਵਾਸ ਦਾ ਖੰਡਨ ਕਰਨਾ ਚਾਹਿਆ। ਉਹਨਾਂ ਨੇ ਪੱਛਮ ਵੱਲ ਪਾਣੀ ਸੁੱਟਣਾ ਸ਼ੁਰੂ ਕਰ ਦਿੱਤਾ। ਲੋਕ ਗੁਰੂ ਜੀ ਦੇ ਇਸ ਕੰਮ ਤੋਂ ਬਹੁਤ ਹੈਰਾਨ ਹੋਏ। ਸੋ ਉਹਨਾਂ ਨੇ ਜਦੋਂ ਇਸ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਕਰਤਾਰਪੁਰ ਵਿੱਚ ਉਹਨਾਂ ਦੀ ਖੇਤੀ ਹੈ ਜਿਹੜੀ ਕਿ ਉਹ ਸੁੱਕ ਰਹੀ ਹੈ। ਸੋ ਲੋਕਾਂ ਨੇ ਕਿਹਾ ਕਿ ਜਿਹੜਾ ਉਹਨਾਂ ਦਾ ਪਾਣੀ ਹੈ ਇੰਨੀ ਦੂਰ ਕਿਵੇਂ ਪਹੁੰਚ ਸਕਦਾ। ਇਸ ਤੋਂ ਗੁਰੂ ਜੀ ਨੇ ਕਿਹਾ ਕਿ ਜੇਕਰ ਮੇਰਾ ਪਾਣੀ ਕਰਤਾਰਪੁਰ ਤੱਕ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਪਾਣੀ ਹੈ ਜਿਹੜਾ ਸੂਰਜ ਤੱਕ ਕਿਵੇਂ ਪਹੁੰਚੇਗਾ, ਜੋ ਇੱਥੇ ਕਰੋੜਾਂ ਮੀਲਾਂ ਦੀ ਦੂਰੀ 'ਤੇ ਹੈ। ਇਹ ਸੁਣ ਕੇ ਲੋਕ ਬਹੁਤ ਸ਼ਰਮਿੰਦਾ ਹੋਏ। ਸੋ ਇਹ ਸੁਣ ਕੇ ਲੋਕ ਨੇ ਜਿਹੜੇ ਬਹੁਤ ਸ਼ਰਮਿੰਦਾ ਹੋਏ। ਕਰਤਾਰਪੁਰ ਵਿੱਚ ਨਿਵਾਸ 151 ਈਸਵੀ ਵਿੱਚ ਗੁਰੂ ਜੀ ਨੇ ਰਾਵੀ ਦਰਿਆ ਦੇ ਕੰਢੇ 'ਤੇ ਇੱਕ ਨਵੇਂ ਸ਼ਹਿਰ ਕਰਤਾਰਪੁਰ ਦੀ ਨੀਂਹ ਰੱਖੀ। ਇਸ ਸ਼ਹਿਰ ਲਈ ਜ਼ਮੀਨ ਦੀਵਾਨ ਕਰੋੜੀ ਮੱਲ ਨੇ ਭੇਟ ਕੀਤੀ ਸੀ। ਛੇਤੀ ਹੀ ਇਹ ਸ਼ਹਿਰ ਹੈ ਜਿਹੜਾ ਆਬਾਦ ਹੋ ਗਿਆ। ਗੁਰੂ ਜੀ ਨੇ ਆਪਣੇ ਜੀਵਨ ਦੇ ਅੰਤਿਮ 18 ਸਾਲ ਇੱਥੇ ਹੀ ਆਪਣੇ ਪਰਿਵਾਰ ਨਾਲ ਨੇ ਜਿਹੜੇ ਉਹ ਬਤੀਤ ਕੀਤੇ। ਗੁਰੂ ਜੀ ਨੇ ਆਪਣੇ ਉਪਦੇਸ਼ਾਂ ਨੂੰ ਸੰਗਠਿਤ ਕੀਤਾ। ਵਾਰ ਮਲਾਰ, ਵਾਰ ਮਾਝ, ਵਾਰ ਆਸਾ, ਜਪਜੀ, ਦੱਖਣੀ ਓਂਕਾਰ, ਵਾਰ ਮਹਾ ਆਦਿ ਦੀ ਰਚਨਾ ਕੀਤੀ। ਇੱਥੇ ਹੀ ਉਹਨਾਂ ਨੇ ਸੰਗਤ ਦੀ ਸੰਸਥਾ ਦੀ ਨੀਂਹ ਰੱਖੀ। ਇਸ ਤੋਂ ਇਲਾਵਾ ਉਹਨਾਂ ਨੇ ਪੰਗਤਾਂ ਦੀ ਨੀਂਹ ਵੀ ਰੱਖੀ। ਇਸ ਨੂੰ ਲੰਗਰ ਪ੍ਰਥਾ ਵੀ ਆ ਜਿਹੜਾ ਕਿਹਾ ਜਾਂਦਾ ਹੈ। ਜੋਤੀ ਜੋਤ ਸਮਾਉਣਾ। ਸਤੰਬਰ 1538 ਵਿੱਚ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ। ਹਿੰਦੂ ਅਤੇ ਮੁਸਲਮਾਨ ਦੋਵੇਂ ਹੀ ਉਹਨਾਂ ਦੇ ਮੁਰੀਦ ਸਨ। ਉਹ ਗੁਰੂ ਜੀ ਦਾ ਬਹੁਤ ਆਦਰ ਸਤਿਕਾਰ ਹੈ ਜਿਹੜਾ ਕਰਦੇ ਸਨ। ਕਹਿੰਦੇ ਸਨ ਕਿ ਗੁਰੂ ਜੀ ਦੇ ਅੰਤਿਮ ਸੰਸਕਾਰ ਲਈ ਦੋਹਾਂ ਧਰਮਾਂ ਦੇ ਵਿੱਚ ਲੋਕਾਂ ਵਿਚਕਾਰ ਝਗੜਾ ਹੋ ਗਿਆ। ਕਿਹਾ ਜਾਂਦਾ ਹੈ ਕਿ ਜਦੋਂ ਚਾਦਰ ਚੱਕੀ ਗਈ ਤਾਂ ਉੱਥੇ ਗੁਰੂ ਜੀ ਦੀ ਮ੍ਰਿਤਕ ਦੇਹ ਨਹੀਂ ਸੀ। ਇਸ 'ਤੇ ਦੋਹਾਂ ਧਰਮਾਂ ਦੇ ਲੋਕਾਂ ਨੇ ਚਾਦਰ ਦੇ 2 ਟੁਕੜੇ ਕਰ ਲਏ ਅਤੇ ਆਪਣੇ ਆਪਣੇ ਧਰਮ ਅਨੁਸਾਰ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ। ਸਿੱਟਾ ਕਨਕਲੂਜ਼ਨ। ਸੋ ਉਪਰੋਕਤ ਵਿਆਖਿਆ ਦੇ ਆਧਾਰ 'ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਹੈ ਜਿਹੜਾ 1469 ਈਸਵੀ ਨੂੰ ਤਲਵੰਡੀ ਸਾਹਿਬ ਵਿਖੇ ਹੋਇਆ। ਬਚਪਨ ਵਿੱਚ ਤੋਂ ਹੀ ਵਿਚਾਰਸ਼ੀਲ ਸਨ। ਉਹਨਾਂ ਨੇ ਆਪਣੇ ਅਧਿਆਪਕਾਂ ਤੋਂ ਹਿੰਦੀ, ਗਣਿਤ, ਵਾਰਸੀ, ਸੰਸਕ੍ਰਿਤ ਅਤੇ ਅਰਬੀ ਭਾਸ਼ਾਵਾਂ ਦਾ ਗਿਆਨ ਹੈ ਜਿਹੜਾ ਉਹ ਪ੍ਰਾਪਤ ਕੀਤਾ। ਉਹਨਾਂ ਨੇ ਜਨੇਊ ਨੂੰ ਫਜ਼ੂਲ ਦੱਸ ਕੇ ਇਸ ਨੂੰ ਧਾਰਨ ਕਰਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਈ ਕਿੱਤੇ ਕੀਤੇ। ਕਾਲੀ ਬੇਈ ਵਿੱਚ ਇਸ਼ਨਾਨ ਕਰਦੇ ਸਮੇਂ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ। ਉਹਨਾਂ ਨੇ ਆਪਣੇ ਉਪਦੇਸ਼ਾਂ ਦਾ ਜਿਹੜਾ ਪ੍ਰਚਾਰ ਕਰਨ ਲਈ ਕਈ ਯਾਤਰਾਵਾਂ ਕੀਤੀਆਂ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ। ਉਹਨਾਂ ਨੇ ਆਪਣਾ ਅੰਤਿਮ ਸਮਾਂ ਜਿਹੜਾ ਉਹ ਕਰਤਾਰਪੁਰ ਵਿੱਚ ਬਤੀਤ ਕੀਤਾ। 1538 ਈਸਵੀ ਵਿੱਚ ਜੋਤੀ ਜੋਤ ਆ ਜਿਹੜਾ ਉਹ ਸਮਾ ਗਏ। ਅੰਤ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਜੀਵਨ ਇੱਕ ਆਦਰਸ਼ ਜੀਵਨ ਸੀ। ਉਹਨਾਂ ਦਾ ਬਚਪਨ ਇਸ ਗੱਲ ਦਾ ਪ੍ਰਤੀਕ ਸੀ ਕਿ ਉਹਨਾਂ ਦਾ ਜੀਵਨ ਹੈ ਜਿਹੜਾ ਮਹਾਨ ਜੀਵਨ ਹੋਵੇਗਾ। ਇਹ ਗੱਲ ਸੱਚ ਨਿਕਲੀ। ਉਹ ਆਪਣੇ ਸਾਰੇ ਜੀਵਨ ਵਿੱਚ ਪ੍ਰਭੂ ਭਗਤੀ ਵਿੱਚ ਲੀਨ ਰਹੇ।
ਉਹਨਾਂ ਨੇ ਆਪਣੇ ਨਾਮ ਦਾ ਜਿਹੜਾ ਜਾਪ ਕੀਤਾ, ਭਟਕੀ ਹੋਈ ਮਨੁੱਖਤਾ ਨੂੰ ਵੀ ਕਰਵਾਇਆ। ਕਾਮਰੂਪ, ਸ੍ਰੀਲੰਕਾ, ਮੱਕਾ, ਤਿੱਬਤ, 4 ਦਿਸ਼ਾਵਾਂ ਵਿੱਚ ਸਥਿਤ ਇਹ ਪ੍ਰਦੇਸ਼ ਇਸ ਗੱਲ ਦੇ ਗਵਾਹ ਰਹਿਣਗੇ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਗਿਆਨ ਨੂੰ ਕਿਸੇ ਇੱਕ ਥਾਂ ਕੇਂਦਰਿਤ ਨਾ ਕਰਕੇ ਸਮੁੱਚੀ ਮਨੁੱਖਤਾ ਨੂੰ ਅਰਪਿਤ ਕੀਤਾ। ਵੀ ਗੁਰੂ ਨਾਨਕ ਸਾਹਿਬ ਫਕੀਰ ਹਿੰਦੂਆਂ ਦਾ ਗੁਰੂ, ਮੁਸਲਮਾਨਾਂ ਦਾ ਪੀਰ ਦੇ ਨਾਂ ਨਾਲ ਯਾਦ ਸੀ। ਉਹ ਆਪਣੇ ਉਪਦੇਸ਼ਾਂ ਕਰਕੇ ਇੰਨਾ ਹਰਮਨ ਪਿਆਰੇ ਹੋ ਗਏ, ਉਹਨਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਅਤੇ ਉਹਨਾਂ ਦਾ ਨਾਂ ਦੁਨੀਆ ਤੱਕ, ਰਹਿੰਦੀ ਦੁਨੀਆ ਤੱਕ ਆ ਜਿਹੜਾ ਉਹ ਕਾਇਮ ਰਹੂਗਾ। ਸੋ ਇਹ ਸੀ ਜੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਕੁਛ ਕੁ ਗੱਲਾਂ, ਠੀਕ ਹੈ ਜੀ। ਸੋ ਜਨਮ ਆ ਜਿਹੜਾ ਉਹ 15 ਅਪ੍ਰੈਲ 1469 ਈਸਵੀ ਨੂੰ ਹੋਇਆ, ਰਾਏਪੋਏ ਦੀ ਤਲਵੰਡੀ ਦੇ ਵਿੱਚ ਹੋਇਆ, ਠੀਕ ਹੈ ਜੀ। ਤੁਸੀਂ ਇਹ ਵੀ ਯਾਦ ਰੱਖਣਾ। ਫਿਰ ਤੁਸੀਂ ਇਹਨਾਂ ਬਾਰੇ ਜੋ ਗੱਲਾਂ ਨੇ ਉਹ ਯਾਦ ਰੱਖਣੀਆਂ ਨੇ ਕਿ ਉਹਨਾਂ ਦੇ ਮਾਤਾ ਦਾ ਨਾਮ ਕੀ ਸੀ, ਤ੍ਰਿਪਤਾ ਦੇਵੀ ਸੀ, ਪਿਤਾ ਦਾ ਨਾਮ ਮਹਿਤਾ ਕਾਲੂ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਯਾਦ ਰੱਖਣਾ ਬਚਪਨ ਵਿੱਚ ਉਹਨਾਂ ਨੇ ਆਕਰਸ਼ਣ ਦਾ ਕੇਂਦਰ ਰਹੇ ਅਤੇ ਚਲੋ ਪੰਥ ਦੇ ਕੋਲ ਪੜ੍ਹਨ ਲਈ ਭੇਜਿਆ ਗਿਆ। ਜਨੇਊ ਦੀ ਰਸਮ ਦੇ ਬਾਰੇ ਵੀ ਦੇਖ ਲਿਓ ਤੁਸੀਂ, ਠੀਕ ਹੈ ਜੀ। ਅਤੇ ਆਦਿ ਕਿਹਾ ਸੀ ਉਹਨਾਂ ਨੇ, ਹੈ ਨਾ, ਵੀ ਆਤਮ ਵਾਲਾ ਜਨੇਊ ਪਾ ਮੈਨੂੰ। ਕੀਤੇ ਉਹਨਾਂ ਨੇ ਕੰਮ ਕੀ ਕਰੇ, ਮੱਝਾਂ ਚਰਾਉਣ ਦਾ ਕਰਦੇ ਰਹੇ, ਠੀਕ ਹੈ। ਅਤੇ ਉਦੋਂ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਭੁੱਖੇ ਸਾਧੂਆਂ ਨੂੰ ਜਿਹੜਾ ਕਿ ਲੰਗਰ ਛਕਾਇਆ 20 ਰੁਪਏ ਦਾ, ਠੀਕ ਹੈ ਨਾ, ਉਹ ਵੀ ਤੁਸੀਂ ਯਾਦ ਰੱਖਣਾ। ਅਤੇ ਇੱਕ ਤੁਸੀਂ ਯਾਦ ਰੱਖਣਾ ਜੀ ਇਹਨਾਂ ਦੇ ਵਿੱਚੋਂ ਕਿ 14 ਸਾਲ ਦੀ ਉਮਰ ਵਿੱਚ ਨਾਨਕ ਜੀ ਦੀ ਮੰਗਣੀ ਬਟਾਲਾ ਦੇ ਮੁਲਰਾਜ ਦੀ ਧੀ ਸੁਲੱਖਣੀ ਨਾਲ ਕਰ ਦਿੱਤੀ। ਵਿਆਹ ਕਿਹਦੇ ਨਾਲ? ਸੁਲੱਖਣੀ, ਠੀਕ ਹੈ। ਇਹ ਵੀ ਯਾਦ ਰੱਖਣਾ ਤੁਸੀਂ, ਠੀਕ ਹੈ ਜੀ। ਉਦੋਂ ਬਾਅਦ 'ਚ ਗਿਆਨ ਪ੍ਰਾਪਤੀ ਹੋਈ, ਤੁਸੀਂ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਗਏ ਥੇ। ਅਤੇ ਉਦੋਂ ਬਾਅਦ ਦੇ ਵਿੱਚ ਮੋਦੀਖਾਨੇ ਵਿੱਚ ਵੀ ਉਹਨਾਂ ਨੇ ਨੌਕਰੀ ਕੀਤੀ ਸੀ, ਇਹ ਵੀ ਯਾਦ ਰੱਖਣਾ। ਅਤੇ ਉਦੋਂ ਬਾਅਦ ਦੇ ਵਿੱਚ ਉਦਾਸੀਆਂ ਕੀਤੀਆਂ ਉਹਨਾਂ ਨੇ, ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਣਾ। ਅਤੇ ਕਰਤਾਰਪੁਰ ਵਿੱਚ ਨਿਵਾਸ ਕੀਤਾ। ਜੋਤੀ ਜੋਤ 1538 ਵਿੱਚ ਸਮਾਏ ਨੇ। ਇਹ ਤੁਸੀਂ ਗੱਲਾਂ ਨੇ ਜਿਹੜੀਆਂ ਯਾਦ ਰੱਖਣੀਆਂ ਨੇ। ਸੋ ਧੰਨਵਾਦ ਜੀ।